थोड़ी देर ਦੇ ਵਿੱਚ ਨਿਊਜ਼ 18 ਤੇ ਸੱਜਣ ਜਾ ਰਿਹਾ ਸਭ ਤੋਂ ਵੱਡਾ ਮੰਚ ਰਾਈਜ਼ਿੰਗ ਪੰਜਾਬ ਸਰਕਾਰ ਤੋਂ ਲੈ ਕੇ ਵਿਰੋਧੀਆਂ ਤੱਕ ਨੂੰ ਹੋਣਗੇ ਸਿੱਧੇ ਸਵਾਲ। ਅੱਜ ਪੂਰਾ ਦਿਨ ਨਿਊਜ਼ 18 ਪੰਜਾਬ ਤੇ ਲਾਈਵ। ਦਿੱਲੀ ਦੇ ਬਾਰਡਰਾਂ ਤੋਂ ਘਰ ਵਾਪਸੀ ਦੇ ਲਈ ਤਿਆਰ ਕਿਸਾਨ। ਅੱਜ ਸੰਯੁਕਤ ਮੋਰਚੇ ਦੀ ਬੈਠਕ ਤੋਂ ਬਾਅਦ ਹੋ ਸਕਦਾ ਹੈ ਵੱਡਾ ਐਲਾਨ। ਕੇਂਦਰ ਦੇ ਵੱਲੋਂ ਭੇਜੇ ਗਏ ਨਵੇਂ ਪ੍ਰਸਤਾਵ ਤੋਂ ਸੰਤੁਸ਼ਟ ਨੇ ਕਿਸਾਨ, ਬਸ ਰਸਮੀ ਚਿੱਠੀ ਦਾ ਇੰਤਜ਼ਾਰ। सीडीएस हैलीकॉप्टर हादसे ते आज संसद दे विच बयान देणगे रक्षा मंत्री राजनाथ सिंह। कनूर ते घटना स्थल ते पहुंचे एयर चीफ मार्शल। अधिकारियों तो लई जानकारी आज शाम दिल्ली लियांदी जावेगी। विपिन रावत दी मृतक दी। कनूर हादसे दे विच तरनतारन दा जवान गुरसेवक सिंह शहीद। कांगड़ा दे लांस नायक विवेक कुमार दी भी गई जान। जनरल रावत दे सुरक्षा दस्ते दे विच सन शामिल। एसटीएफ रिपोर्ट ਨੂੰ ਲੈ ਕੇ ਅੱਜ ਫਿਰ ਹਾਈ ਕੋਰਟ ਦੇ ਵਿੱਚ ਸੁਣਵਾਈ। ਪਿਛਲੀ ਸੁਣਵਾਈ ਦੇ ਵਿੱਚ ਅਦਾਲਤ ਨੇ ਪੰਜਾਬ ਸਰਕਾਰ ਨੂੰ ਪਾਈ ਸੀ ਝਾੜ। ਸਰਕਾਰ ਦੇ ਕਾਰਵਾਈ ਨਾ ਕਰਨ ਤੇ ਚੁੱਕੇ ਸਨ ਸਵਾਲ। ਬੇਅਦਬੀ ਕੇਸ ਦੇ ਵਿੱਚ ਅੱਜ ਫਰੀਦਕੋਟ ਅਦਾਲਤ 'ਚ ਹੋਵੇਗੀ ਸੁਣਵਾਈ। ਮਾਮਲੇ 'ਚ ਨਾਮਜ਼ਦ ਡੇਰਾ ਪ੍ਰੇਮੀ ਅੱਜ ਅਦਾਲਤ ਦੇ ਵਿੱਚ ਹੋਣਗੇ ਪੇਸ਼। ਅੱਜ ਦੁਪਹਿਰ 3:30 ਵਜੇ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ। ਕਈ ਅਹਿਮ ਫੈਸਲਿਆਂ ਤੇ ਲੱਗ ਸਕਦੀ ਹੈ ਮੋਹਰ। ਵਜ਼ਾਰਤ ਦੇ ਵੱਲੋਂ ਕੀਤਾ ਜਾ ਸਕਦਾ ਹੈ ਫੈਸਲਾ। ਮੁੜ ਸਿਆਸਤ ਦੇ ਵਿੱਚ ਸਰਗਰਮ ਹੋਣ ਜਾ ਰਹੇ ਸੁੱਚਾ ਸਿੰਘ ਛੋਟੇਪੁਰ। ਸੁਖਬੀਰ ਬਾਦਲ ਦੀ ਹਾਜ਼ਰੀ ਦੇ ਵਿੱਚ ਅਕਾਲੀ ਦਲ ਦੇ ਵਿੱਚ ਹੋਣਗੇ ਸ਼ਾਮਲ। ਬਟਾਲਾ ਹਲਕੇ ਤੋਂ ਟਿਕਟ ਮਿਲਣ ਦੇ ਵੀ ਚਰਚੇ। ਆਮ ਆਦਮੀ ਪਾਰਟੀ ਦਾ ਸੀਐਮ ਚੰਨੀ ਅਤੇ ਸੁਖਬੀਰ ਬਾਦਲ ਤੇ ਵੱਡੀ ਸਾਜ਼ਿਸ਼ ਰਚਣ ਦਾ ਇਲਜ਼ਾਮ। ਰਾਘਵ ਚੱਡਾ ਦਾ ਦਾਅਵਾ। ਦੋਹਾਂ ਨੇ ਕੀਤੀ ਹੈ ਮੀਟਿੰਗ। ਮਜੀਠੀਆ ਦੇ ਖਿਲਾਫ ਕਮਜ਼ੋਰ ਕੇਸ ਬਣਾਉਣ ਦੀ ਘੜੀ ਸਾਜ਼ਿਸ਼। ਤਾਂ ਅਕਾਲੀਆਂ ਦਾ ਪਲਟਵਾਰ। ਕਾਂਗਰਸ ਦੇ ਨਾਲ ਰਲੀ ਹੋਈ ਹੈ ਆਪ। ਅਤੇ ਅੱਜ ਹੁਸ਼ਿਆਰਪੁਰ ਦੀ ਨੂੰਹ ਬਣਨਗੇ ਕੈਟਰੀਨਾ ਕੈਫ। ਹੁਸ਼ਿਆਰਪੁਰ ਦੇ ਨਾਲ ਤਾਲੁਕ ਰੱਖਣ ਵਾਲੇ ਵਿੱਕੀ ਕੌਸ਼ਲ ਦੇ ਨਾਲ ਵਿਆਹ। ਵੀਵੀਆਈਪੀ ਮਹਿਮਾਨਾਂ ਦੇ ਪਹੁੰਚਣ ਦਾ ਸਿਲਸਿਲਾ ਜਾਰੀ। ਪੀਐਮਓ ਦੇ ਅਧਿਕਾਰੀ ਵੀ ਕਰਨਗੇ ਸ਼ਿਰਕਤ। ਸਤਿ ਸ਼੍ਰੀ ਅਕਾਲ, ਮੈਂ ਤੁਹਾਡੇ ਨਾਲ ਗੁਰਸ਼ੋਸਨ। ਇਸ ਵੇਲੇ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ ਹੈ। ਤੇ ਨਿਊਜ਼ 18 ਪੰਜਾਬ ਤੇ ਅੱਜ ਮੰਚ ਤੇ ਸਜਣ ਜਾ ਰਿਹਾ ਸਭ ਤੋਂ ਵੱਡਾ ਮੰਚ ਦੱਸਦੇ ਕਿ ਰਾਈਜ਼ਿੰਗ ਪੰਜਾਬ ਸਰਕਾਰ ਤੋਂ ਲੈ ਕੇ ਵਿਰੋਧੀਆਂ ਤੱਕ ਨੂੰ ਸਿੱਧੇ ਸਵਾਲ ਹੋਣਗੇ। ਔਰ ਥੋੜੀ ਦੇਰ ਦੇ ਵਿੱਚ ਮੰਚ ਤੇ ਤੁਹਾਨੂੰ ਸਿੱਧੇ ਲੈ ਕੇ ਜਾਵਾਂਗੇ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਤਸਵੀਰ ਔਰ ਖਾਸ ਤੌਰ ਤੇ ਸਿਆਸਤਦਾਨ, ਵੱਡੇ ਸਿਆਸਤਦਾਨ ਜਿਹੜੇ ਨੇ ਉਹ ਕੀ ਕੁਝ ਜਵਾਬ ਦੇ ਰਹੇ ਨੇ ਉਹਨਾਂ ਸਵਾਲਾਂ ਦਾ ਜੋ ਕਿ 2022 ਨੂੰ ਲੈ ਕੇ ਸਿੱਧੇ ਕੀਤੇ ਜਾਣਗੇ। ਕਿਉਂਕਿ ਆਖਿਰਕਾਰ 2022 ਨੂੰ ਲੈ ਕੇ ਕਿਸ ਤਰ੍ਹਾਂ ਦੀ ਹਰ ਪਾਰਟੀ ਦੇ ਹਰ ਵੱਡੇ ਲੀਡਰ ਦੀ ਤਿਆਰੀ ਹੈ ਔਰ ਕਿਸ ਤਰ੍ਹਾਂ ਦੀ ਰਣਨੀਤੀ ਪਾਰਟੀ ਦੇ ਵੱਲੋਂ ਘੜੀ ਜਾਵੇਗੀ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਰਾਜ ਕੀਤਾ ਜਾਵੇ, ਵੋਟਾਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ ਜਾਣ। ਸੋ ਰਾਈਜ਼ਿੰਗ ਪੰਜਾਬ ਦਾ ਮੰਚ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਸੱਜ ਚੁੱਕਿਆ, ਜਿਸ ਦੀ ਤਸਵੀਰ ਤੁਹਾਨੂੰ ਵਿਖਾ ਪਾ ਰਹੇ ਹਾਂ। ਔਰ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸਰਕਾਰ ਦੇ ਨੁਮਾਇੰਦੇ ਤੇ ਵਿਰੋਧੀ ਜਿਹੜੇ ਨੇ ਉਹ ਵੀ ਸ਼ਮੂਲੀਅਤ ਕਰਨਗੇ। ਉਹਨਾਂ ਦੇ ਵੱਲੋਂ ਸ਼ਿਰਕਤ ਕੀਤੀ ਜਾਏਗੀ ਤੇ ਉਹਨਾਂ ਨੂੰ ਸਿੱਧੇ ਸਵਾਲ ਕੀਤੇ ਜਾਣਗੇ ਕਿ ਆਖਿਰਕਾਰ ਕਿਸ ਤਰ੍ਹਾਂ ਦੀ ਰਣਨੀਤੀ ਹੈ। ਸੀਐਮ ਚਰਨਜੀਤ ਚੰਨੀ, ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਬਾਦਲ, ਸੁਨੀਲ ਜਾਖੜ, ਭਗਵੰਤ ਮਾਨ, ਵਿਕਰਮ ਮਜੀਠੀਆ, ਸੋਨੂ ਸੂਦ ਆਦਿ ਸਣੇ ਕਈ ਵੱਡੀਆਂ ਹਸਤੀਆਂ ਜਿਹੜੀਆਂ ਨੇ ਉਹ ਸ਼ਾਮਿਲ ਹੋਣਗੀਆਂ। ਖਾਸ ਤੌਰ ਤੇ ਦੱਸ ਦਈਏ ਕਿ ਅੱਜ ਰਾਈਜ਼ਿੰਗ ਪੰਜਾਬ ਇੱਕ ਵੱਡਾ ਮੰਚ ਜਿਹੜਾ ਹੈ ਉਹ ਸੱਜ ਚੁੱਕਿਆ ਹੈ ਔਰ ਥੋੜੀ ਦੇਰ ਦੇ ਵਿੱਚ ਸਵਾਲ ਜਵਾਬ ਇੱਥੋਂ ਸ਼ੁਰੂ ਹੋ ਜਾਣਗੇ। ਥੋੜੀ ਦੇਰ ਦੇ ਵਿੱਚ ਤੁਹਾਨੂੰ ਸਿੱਧੇ ਮੰਚ ਤੇ ਵੀ ਲੈ ਕੇ ਚੱਲਾਂਗੇ ਕਿਉਂਕਿ ਰੌਣਕਾਂ ਔਰ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਮੁਕੰਮਲ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਏ 2022 ਚੋਣ ਅਖਾੜਾ ਜਿਹੜਾ ਹੈ ਉਸ ਨੂੰ ਜਿੱਥੇ ਹਰ ਪਾਰਟੀ ਨੂੰ ਜਿਸ ਦਾ ਇੰਤਜ਼ਾਰ ਹੈ ਕਿ ਕਿਸ ਤਰ੍ਹਾਂ ਦੇ ਨਾਲ ਅੱਗੇ ਤਿਆਰੀਆਂ ਰਹਿਣ ਵਾਲੀਆਂ ਨੇ ਤੇ ਉੱਥੇ ਹੀ ਕਈ ਤਰ੍ਹਾਂ ਦੀ ਰਣਨੀਤੀ ਜਿਹੜੀ ਆ ਉਹ ਵੀ ਘੜੀ ਜਾ ਰਹੀ ਹੈ। ਕਈ ਤਰ੍ਹਾਂ ਦੀਆਂ ਅਹਿਮ ਚਰਚਾਵਾਂ ਵੀ ਚੱਲ ਰਹੀਆਂ ਨੇ। ਇੱਕ ਦੂਸਰੇ ਤੇ ਪਲਟਵਾਰ ਹੋ ਰਹੇ ਨੇ, ਬੇਸ਼ੱਕ ਉਹ ਸੱਤਾਧਾਰੀ ਪਾਰਟੀ ਹੋਵੇ ਜਾਂ ਵਿਰੋਧੀ ਧਿਰ ਹੋਣ, ਇੱਕ ਦੂਜੇ ਨੂੰ ਸਵਾਲ ਕਰ ਰਹੇ ਨੇ ਕਿ ਤੁਸੀਂ ਕੀ ਕੁਝ ਕੀਤਾ 5 ਸਾਲਾਂ ਦੇ ਵਿੱਚ। ਤੇ ਵਿਰੋਧੀਆਂ ਤੋਂ ਇਹ ਸਵਾਲ ਨੇ ਕਿ ਆਖਰਕਾਰ ਤੁਹਾਡੇ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਨੇ ਕਿ ਪੂਰੇ ਕੀਤੇ ਜਾਣਗੇ ਕਿ ਨਹੀਂ, ਕਿਉਂਕਿ ਇਸੇ ਤਰ੍ਹਾਂ ਦੀ ਨਾਲ ਸਿਆਸੀ ਲੜਾਈ ਜਿਹੜੀ ਹੈ ਉਹ ਨਜ਼ਰ ਆ ਰਹੀ ਹੈ ਜ਼ਮੀਨ ਤੇ। ਸੋ ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਇਹ ਪ੍ਰੋਗਰਾਮ ਰਾਈਜ਼ਿੰਗ ਪੰਜਾਬ ਵੱਡਾ ਮੰਚ ਸਜਾ ਦਿੱਤਾ ਗਿਆ। ਖਾਸ ਤੌਰ ਤੇ ਸੀਐਮ ਚਰਨਜੀਤ ਚੰਨੀ ਤੋਂ ਇਲਾਵਾ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਔਰ ਸੁਖਬੀਰ ਬਾਦਲ
ਇਸ ਤੋਂ ਇਲਾਵਾ ਸੋਨੂ ਸੂਦ ਤੇ ਹੋਰ ਕਈ ਵੱਡੇ ਲੀਡਰ ਜਿਹੜੇ ਨੇ ਉਹ ਸ਼ਮੂਲੀਅਤ ਕਰ ਰਹੇ ਨੇ। ਉਹਨਾਂ ਦੇ ਵੱਲੋਂ ਸ਼ਮੂਲੀਅਤ ਕੀਤੀ ਜਾਏਗੀ, ਜਿਨ੍ਹਾਂ ਤੋਂ ਸਿੱਧੇ ਸਵਾਲ ਜਿਹੜੇ ਨੇ ਉਹ ਇਸ ਮੰਚ ਤੋਂ ਪੁੱਛੇ ਜਾਣਗੇ ਤੇ ਲਗਾਤਾਰ ਪ੍ਰੋਗਰਾਮ ਜਿਹੜਾ ਹੈ ਉਹ ਲਾਈਵ ਚੱਲੇਗਾ। ਸਾਰਾ ਦਿਨ ਲਾਈਵ ਪ੍ਰੋਗਰਾਮ ਨਿਊਜ਼ 18 ਪੰਜਾਬ ਤੇ ਤੁਸੀਂ ਵੇਖ ਸਕਦੇ ਹੋ। ਰਾਈਜ਼ਿੰਗ ਪੰਜਾਬ ਦਾ ਇਹ ਵੱਡਾ ਮੰਚ ਜਿਹੜਾ ਉਹ ਸਜਣ ਜਾ ਰਿਹਾ। ਥੋੜੀ ਹੀ ਦੇਰ ਦੇ ਵਿੱਚ 10:30 ਵਜੇ ਦਾ ਸਮਾਂ ਜਿਹੜਾ ਹੈ ਉਹ ਮਿੱਥਿਆ ਗਿਆ ਹੈ ਕਿ ਪ੍ਰੋਗਰਾਮ ਜਿਹੜਾ ਹੈ ਉਹ ਖਾਸ ਤੌਰ ਤੇ ਸ਼ੁਰੂ ਹੋ ਜਾਵੇਗਾ, ਪਰ ਸਿੱਧਾ ਤੁਹਾਨੂੰ ਲੈ ਕੇ ਚੱਲਾਂਗੇ ਥੋੜੀ ਦੇਰ ਦੇ ਵਿੱਚ ਔਰ ਸਿੱਧਾ ਸਾਰਾ ਪ੍ਰਸਾਰਣ ਸਿੱਧਾ ਚੱਲੇਗਾ। ਖਾਸ ਤੌਰ ਤੇ ਜੇਕਰ ਗੱਲ ਕੀਤੀ ਜਾਏ ਤਾਂ ਅੱਜ ਵੱਡੀਆਂ ਸ਼ਖਸੀਅਤਾਂ, ਵੱਡੇ ਸਿਆਸਤਦਾਨ ਜਿਹੜੇ ਨੇ ਉਹ ਸ਼ਾਮਿਲ ਹੋਣਗੇ। ਸੀਐਮ ਚਰਨਜੀਤ ਚੰਨੀ ਪਹੁੰਚਣਗੇ, ਜਿਨ੍ਹਾਂ ਤੋਂ ਸਵਾਲ ਹੋਣਗੇ ਕਿ ਤੁਹਾਡੇ ਆਉਣ ਤੋਂ ਬਾਅਦ ਕੀ ਬਦਲਾਅ ਹੋਏ ਨੇ, ਤੁਹਾਡੇ ਆਉਣ ਤੋਂ ਬਾਅਦ ਜੋ ਤੁਸੀਂ ਦਾਅਵੇ ਤੇ ਐਲਾਨ ਕੀਤੇ ਗਏ ਨੇ ਉਹਨਾਂ ਨੂੰ ਗਰਾਊਂਡ ਤੇ ਕਿੰਨਾ ਕੁ ਵੇਖਿਆ ਗਿਆ। ਔਰ ਖਾਸ ਤੌਰ ਤੇ ਜੇਕਰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਤਾਂ ਨਵੀਂ ਪਾਰਟੀ ਆਪਣੀ ਬਣਾ ਲਈ ਗਈ ਹੈ ਤੇ ਉਹਨਾਂ ਤੋਂ ਸਵਾਲ ਕੀਤੇ ਜਾਣਗੇ ਕਿ ਕਿਸ ਤਰ੍ਹਾਂ ਦੀ ਤੁਸੀਂ ਅੱਗੇ ਦੀ ਜਿਹੜੀ ਹੈ ਉਹ ਆਪਣੀ ਪਾਰਟੀ ਦੀ ਰਣਨੀਤੀ ਵੇਖ ਰਹੇ ਹੋ ਜਾਂ ਆਪਣੇ ਆਪ ਨੂੰ, ਕਿਉਂਕਿ ਇੱਕ ਵੱਡੇ ਲੀਡਰ ਹੋ ਤੁਸੀਂ, ਦਿੱਗਜ ਲੀਡਰ ਹੋ, ਖਾਸ ਤੌਰ ਤੇ ਕਾਂਗਰਸ ਦੇ ਵਿੱਚ ਲੰਬਾ ਸਮਾਂ ਬਤੀਤ ਕੀਤਾ, 2 ਵਾਰ ਮੁੱਖ ਮੰਤਰੀ ਰਹੇ। ਸੋ ਹੁਣ ਅੱਗੇ ਤੁਹਾਡੀ ਕੀ ਰਣਨੀਤੀ ਰਹਿਣ ਵਾਲੀ ਹੈ। ਸੋ ਇਸ ਤਰ੍ਹਾਂ ਦੇ ਸਿੱਧੇ ਸਵਾਲ ਹੋਣਗੇ ਔਰ ਇਸ ਮੰਚ ਤੋਂ ਹਰ ਇੱਕ ਸਵਾਲ ਜਿਹੜਾ ਹੈ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਵਸਿਆ ਹੋਇਆ ਉਹ ਪੁੱਛਿਆ ਜਾਵੇਗਾ। ਲੋਕਾਂ ਦੇ ਸਵਾਲ ਜਿਹੜੇ ਨੇ ਉਹ ਅੱਜ ਸਿਆਸਤਦਾਨਾਂ ਤੋਂ ਪੁੱਛੇ ਜਾਣਗੇ। ਇਸ ਤੋਂ ਇਲਾਵਾ ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਔਰ ਉਹਨਾਂ ਦੇ ਉਹ ਸਵਾਲ ਜਿਹੜੇ ਨੇ ਉਹ ਕੀਤੇ ਜਾਣਗੇ ਕਿ ਤੁਹਾਡੀ ਪਾਰਟੀ ਦੀ ਗੱਲ ਕੀਤੀ ਜਾਏ ਤਾਂ ਕਿਸ ਤਰ੍ਹਾਂ ਦੇ ਨਾਲ ਅੱਗੇ ਦੀ ਰਣਨੀਤੀ ਹੈ ਔਰ ਬਾਕੀ ਕਈ ਅਹਿਮ ਮੁੱਦੇ ਜੋ ਕਿ ਲਗਾਤਾਰ ਜਿਸ ਨੂੰ ਲੈ ਕੇ ਨਿਸ਼ਾਨੇ ਜਿਹੜੇ ਨੇ ਉਹ ਸਾਧੇ ਜਾਂਦੇ ਨੇ, ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਦੇ ਨਾਲ ਗੰਭੀਰ ਹੈ ਪਾਰਟੀ ਔਰ ਅੱਗੇ ਲਈ ਕੀ ਕੁਝ ਕਰਦੀ ਨਜ਼ਰ ਆ ਰਹੀ ਹੈ। ਨੀਤੀਆਂ ਤੇ ਇਨਫਰਾਸਟ੍ਰਕਚਰ ਦੇ ਵਿਕਾਸ ਤੋਂ ਤਰੱਕੀ ਦੀ ਰਾਹ ਤੇ ਕਿਵੇਂ ਅੱਗੇ ਵਧ ਰਿਹਾ ਪੰਜਾਬ, ਵਧਦੇ ਨਿਵੇਸ਼ ਤੋਂ ਵਪਾਰ ਅਤੇ ਰੋਜ਼ਗਾਰ ਨੂੰ ਕਿਵੇਂ ਮਿਲ ਰਹੀ ਰਫ਼ਤਾਰ। ਨਿਊਜ਼ 18 ਲੈ ਕੇ ਆ ਰਿਹਾ ਹੈ ਚਰਚਾ ਅਤੇ ਮੰਥਨ ਦਾ ਮਹਾਮੰਚ, ਜਿੱਥੇ ਇਕੱਠੇ ਹੋਣਗੇ ਵਿਰੋਧੀ ਅਤੇ ਸਰਕਾਰ। ਰਾਈਜ਼ਿੰਗ ਪੰਜਾਬ ਸਵੇਰੇ 10:30 ਵਜੇ ਤੋਂ ਲਗਾਤਾਰ ਸਿਰਫ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ। ਅੱਗੇ ਵਧਦੇ ਹਾਂ ਤੇ ਗੱਲ ਕਰਾਂਗੇ ਕਿਸਾਨੀ ਅੰਦੋਲਨ ਦੀ। ਕਿਸਾਨੀ ਅੰਦੋਲਨ ਦੇ ਨਾਲ ਜੁੜੀ ਵੱਡੀ ਖਬਰ ਹੈ। ਦੱਸੇ ਕਿ ਅੱਜ ਘਰ ਵਾਪਸੀ ਦਾ ਐਲਾਨ ਕਰ ਸਕਦਾ ਹੈ ਸੰਯੁਕਤ ਕਿਸਾਨ ਮੋਰਚਾ, ਕਿਉਂਕਿ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਐਲਾਨ ਕਰ ਦਿੱਤਾ ਗਿਆ ਜੋ ਸਰਕਾਰ ਨੇ ਪ੍ਰਸਤਾਵ ਭੇਜਿਆ ਉਸ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਅੱਜ 12 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੈ। ਦੱਸ ਦਈਏ ਕਿ ਸਰਕਾਰ ਦੇ ਵੱਲੋਂ ਕੱਲ ਭੇਜੇ ਗਏ ਪ੍ਰਸਤਾਵ ਤੇ ਸੰਤੁਸ਼ਟੀ ਜ਼ਾਹਿਰ ਕੀਤੀ ਹੈ ਸੰਯੁਕਤ ਕਿਸਾਨ ਮੋਰਚੇ ਨੇ ਔਰ ਬਸ ਰਸਮੀ ਇੱਕ ਚਿੱਠੀ ਦਾ ਇੰਤਜ਼ਾਰ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ। ਕਿਸਾਨਾਂ ਨੂੰ ਇੰਤਜ਼ਾਰ ਹੈ ਕਿ ਇੱਕ ਰਸਮੀ ਚਿੱਠੀ ਜਿਹੜੀ ਹੈ ਉਹ ਆਵੇ, ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਐਲਾਨ ਕੀਤਾ ਜਾਵੇ। ਜੇਕਰ ਖਾਸ ਤੌਰ ਤੇ ਗੱਲ ਕੀਤੀ ਜਾਏ ਤਾਂ ਅੱਜ 12 ਵਜੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੈ। ਬਸ ਰਸਮੀ ਚਿੱਠੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿਉਂਕਿ ਮੁੱਖ ਮੁੱਦੇ ਜਿਹੜੇ ਸੀ ਉਹ ਲਗਭਗ ਮੁਤਾਬਿਕ ਕਿਸਾਨਾਂ ਦੇ ਮੰਨ ਲਏ ਗਏ ਨੇ। ਖਾਸ ਤੌਰ ਤੇ ਜੇਕਰ ਮੁਆਵਜ਼ੇ ਦੀ ਗੱਲ ਕੀਤੀ ਜਾਵੇ ਜਾਂ ਕਿਸਾਨਾਂ ਦੇ ਜਿਹੜੇ ਕੇਸ ਨੇ ਉਹਨਾਂ ਨੂੰ ਰੱਦ ਕਰਨ ਦੀ ਗੱਲ ਹੋਵੇ, ਉਹਨਾਂ ਤੇ ਲਕੀਰ ਫੇਰਨ ਦੀ ਗੱਲ ਹੋਵੇ। ਸੋ ਖਾਸ ਤੌਰ ਤੇ ਗ੍ਰਾਫਿਕ ਦੇ ਜ਼ਰੀਏ ਇੱਕ ਵਾਰ ਵੇਖ ਲੈਂਦੇ ਆ ਕਿ ਆਖਿਰਕਾਰ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਡਰਾਫਟ ਹੈ। ਨਵੇਂ ਡਰਾਫਟ ਦੇ ਵਿੱਚ ਐਮਐਸਪੀ ਦੇ ਬਾਰੇ ਕਾਨੂੰਨੀ ਗਾਰੰਟੀ ਦੇ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ, ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿਸਾਨਾਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ। ਫਿਲਹਾਲ ਐਮਐਸਪੀ ਰੇਟ ਪਹਿਲਾਂ ਵਾਲਾ ਹੀ ਜਾਰੀ ਰਹੇਗਾ। ਇਸ ਤੋਂ ਇਲਾਵਾ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਕਿਸਾਨਾਂ ਤੇ ਦਰਜ ਪਰਚੇ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਏ ਜਾਣਗੇ। ਸੂਬਾ ਸਰਕਾਰਾਂ ਦੇ ਵੱਲੋਂ ਕੇਸ ਵਾਪਸ ਲੈਣ ਤੇ ਸਹਿਮਤੀ ਬਣੀ ਹੈ। ਦਿੱਲੀ ਦੇ ਵਿੱਚ ਏਜੰਸੀਆਂ ਵਾਲੇ ਕੇਸ ਵੀ ਫੌਰਨ ਰੱਦ ਕੀਤੇ ਜਾਣਗੇ। ਕਿਸਾਨ ਦੀ ਮੁਆਵਜ਼ੇ ਦੀ ਸ਼ਰਤ ਤੇ ਵੀ ਹਰਿਆਣਾ ਤੇ ਯੂਪੀ ਸਰਕਾਰ ਦੇ ਵੱਲੋਂ ਸਹਿਮਤੀ ਜਤਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਪਹਿਲਾਂ ਹੀ ਜਨਤਕ ਜਿਹੜਾ ਹੈ ਉਹ ਐਲਾਨ ਕੀਤਾ ਹੋਇਆ ਹੈ। ਔਰ ਬਿਜਲੀ ਸੋਧ ਬਿੱਲ ਦੇ ਬਾਰੇ ਗੱਲ ਕੀਤੀ ਜਾਏ ਤਾਂ ਸਰਕਾਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਪਹਿਲਾਂ ਸਾਰੀਆਂ ਧਿਰਾਂ ਦੇ ਨਾਲ ਚਰਚਾ ਹੋਵੇਗੀ, ਉਸ ਤੋਂ ਪਹਿਲਾਂ ਸੰਸਦ ਦੇ ਵਿੱਚ ਪੇਸ਼ ਨਹੀਂ ਕੀਤਾ ਜਾਏਗਾ। ਔਰ ਪ੍ਰਦੂਸ਼ਣ ਕਾਨੂੰਨ ਬਾਰੇ ਕਿਸਾਨਾਂ ਨੂੰ ਅਪਰਾਧਿਕ ਧਾਰਾਵਾਂ ਚੋਂ ਮੁਕਤੀ ਮਿਲੇਗੀ। ਇਹ ਸਾਫ਼ ਤੌਰ ਤੇ ਸਰਕਾਰ ਨੇ ਬੀਤੇ ਦਿਨ ਭੇਜੇ ਹੋਏ ਪ੍ਰਸਤਾਵ ਦੇ ਵਿੱਚ ਕਹਿ ਦਿੱਤਾ। ਉਸ ਦੇ ਵਿੱਚ ਭਰੋਸਾ ਪੂਰਨ ਤੌਰ ਤੇ ਦਿਵਾ ਦਿੱਤਾ ਕਿਸਾਨਾਂ ਨੂੰ, ਜਿਸ ਦੇ ਲਈ ਉਹ ਵੀ ਤਿਆਰ ਨੇ। ਕਿਸਾਨ ਆਗੂ ਵੀ ਤਿਆਰ ਨੇ ਔਰ ਉਹਨਾਂ ਦਾ ਕਹਿਣਾ ਸੀ ਬੀਤੇ ਦਿਨ ਕਿ ਅੱਜ ਦੀ ਮੀਟਿੰਗ ਦੇ ਵਿੱਚ ਫੈਸਲਾ ਖਾਸ ਤੌਰ ਤੇ ਲੈ ਲਿਆ ਜਾਵੇਗਾ ਔਰ ਇੰਤਜ਼ਾਰ ਹੈ ਕਿ ਆਖਿਰਕਾਰ ਹੁਣ ਅੱਗੇ ਇੱਕ ਪੂਰਨ ਤੌਰ ਤੇ ਜਿਹੜੀ ਫਾਈਨਲ ਚਿੱਠੀ ਕਹਿ ਸਕਦੇ ਹਾਂ ਸਰਕਾਰ ਦੇ ਵੱਲੋਂ ਉਹ ਕਦੇ ਆਵੇਗੀ, ਕਿਉਂਕਿ ਕੁੱਲ ਮਿਲਾ ਕੇ ਹੁਣ ਲਗਭਗ ਇਹ ਸਾਰਾ ਮੋਰਚਾ ਜਿੱਤ ਦੇ ਵੱਲ ਕਹਿ ਸਕਦੇ ਹਾਂ, ਸੰਪੰਨਤਾ ਦੇ ਵੱਲ ਕਹਿ ਸਕਦੇ ਹਾਂ, ਵਾਧਾ ਹੋਇਆ ਨਜ਼ਰ ਆ ਰਿਹਾ
जो 1 ਸਾਲ ਤੋਂ ਲਗਾਤਾਰ ਚੱਲ ਰਿਹਾ ਸੀ। ਉਹ ਸਵਾਲ ਵੱਡਾ ਸਰਕਾਰ ਨੂੰ ਲੈ ਕੇ ਵੀ ਸੀ ਔਰ ਬੀਜੇਪੀ ਪਾਰਟੀ ਨੂੰ ਵੀ, ਕਿਉਂਕਿ ਪੰਜਾਬ ਦੇ ਵਿੱਚ ਵੀ ਉਹ ਗਰਾਊਂਡ ਵੇਖਦੀ ਹੋਈ ਨਜ਼ਰ ਆ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਉਹ ਪੂਰੀਆਂ 117 ਸੀਟਾਂ ਤੇ ਜਿੱਥੇ ਆਪਣੇ ਉਮੀਦਵਾਰ ਉਤਾਰਨਗੇ ਤੇ ਉੱਥੇ ਜਿੱਤ ਵੀ ਵੱਡੀ ਪ੍ਰਾਪਤ ਕਰਨਗੇ ਔਰ ਇਸ ਦੇ ਲਈ ਕਹਿ ਸਕਦੇ ਹਾਂ ਕਿ ਇਹ ਮਸਲਾ ਹੱਲ ਹੋਣਾ ਪਹਿਲ ਦੇ ਆਧਾਰ ਤੇ ਇੱਕ ਵੱਡਾ ਟੀਚਾ ਹੈਗਾ ਬੀਜੇਪੀ ਦੇ ਲਈ ਔਰ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਸਰਕਾਰ ਜਿਹੜੀ ਹਾਮੀ ਦੇ ਵੱਲ ਭਰਦੀ ਨਜ਼ਰ ਆ ਰਹੀ ਹੈ ਤੇ ਸਾਰੇ ਮਸਲੇ ਹੱਲ ਵੀ ਹੋ ਜਾਣਗੇ ਔਰ ਲਗਾਤਾਰ ਇਸ ਤੇ ਕਹਿ ਸਕਦੇ ਆ ਕਿ ਦਮ ਭਰਦੇ ਹੋਏ ਵੀ ਬੀਜੇਪੀ ਦੇ ਪੰਜਾਬ ਦੇ ਲੀਡਰ ਨਜ਼ਰ ਆ ਰਹੇ ਨੇ ਕਿ ਹਾਂ ਇਹ ਮਸਲਾ ਜਿਹੜਾ ਉਹ ਹੱਲ ਹੋ ਚੁੱਕਿਆ ਸੋ ਇਸ ਲਈ ਪੂਰਨ ਤੌਰ ਤੇ ਤਿਆਰੀ ਹੈਗੀ ਹੈ। तो बस रस्मी चिट्ठी का जिहड़ा ऐलान है और फोन लाइन ते ने साडे नाल किसान आगू मनजीत राय साहब स्वागत है न्यूज़ 18 पंजाब ते की कहना चाहोगे कि अज दी मीटिंग नूं किवें दर्शक जिहड़े सुन पा रहे ने सानू वेखण कि अज खास तौर ते वड्डा ऐलान होएगा जिसका इंतजार सब नूं है। देखो अज जिन्ना चिर सरकार अपनी लैटर हैड ते लिख के नहीं भेजदी जी उन्ना चिर कोई गल नहीं आखी जा सकती। सरकार ने ठीक है प्रस्ताव भेजा सी उन्होंने संयुक्त मोर्चे ने एकमत होके सहमति दे दी है पर उन्होंने लैटर हैड ते जिन्ना चिर लिख के नहीं भेजते अपनी ते HM दे साइन नहीं होंगे होम मिनिस्टर दे उन्ना चिर अंदोलन इवें जमया रहेगा। जदों उहदे साइन होके लैटर साडे हत्थ आ जाएगी फिर असीं उहदा जिहड़ा मीटिंग दे विच बैठ के फैसला पूरा संयुक्त मोर्चा ही जिवें कल सारिਆਂ ने सर्वसम्मति नाल खड़े करके उन्होंने मंजूरी दी है उस तरीके नाल अज सहमति बना के फिर इस मोर्चे नूं जिहड़ा आ वो सस्पेंड करने की गल होएगी। जी जी राय साहब गल की जाए तो बाकी सारे मसले जिहड़े सुलझे हुए ने सिर्फ एक चिट्ठी कह सकते हैं वो जेकर आ जाती है जल्दी ही और 12 बजे की मीटिंग उस तो पहला भी आ जाती है बाद च भी तो कह सकते हैं कि अज ऐलान हो जाएगा और वापसी नूं लैके तैयारियां होणगियां क्योंकि एक चर्चा होर चल रही सी कि इसनूं सिर्फ मुलतवी किया जाएगा रद्द नहीं किया जाएगा किसानी अंदोलन उस दे बारे भी थोड़ी जानकारी चाहुंदे हां। जी जी बिल्कुल ये अंदोलन साडा जिहड़ा है संघर्ष जारी रहेगा। ਇਹਨੂੰ ਧਰਨਿਆਂ ਨੂੰ ਅਸੀਂ ਜੋ ਮੋਰਚਿਆਂ ਤੋਂ ਜੇਕਰ ਲੈਟਰ ਹੈਡ ਤੇ ਲਿਖ ਕੇ ਸਰਕਾਰ ਦੇ ਦਿੰਦੀ ਹੈ ਤਾਂ ਧਰਨੇ ਜ਼ਰੂਰ ਚੁੱਕ ਲਾਂਗੇ ਪਰ ਅੰਦੋਲਨ ਸਾਡਾ ਜਾਰੀ ਰਹੇਗਾ ਕਿਉਂਕਿ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਸੀਂ ਜਾ ਸਕਦੇ ਹਾਂ ਪੂਰੇ ਦੇਸ਼ ਨੂੰ ਜਗਾ ਸਕਦੇ ਹਾਂ ਜਦੋਂ ਤੱਕ MSP ਤੇ ਫਾਈਨਲ कानून नहीं बन जाता उन्ना चिर असीं इसे तरह अपना अंदोलन जिहड़ा वो जारी रखांगे। मतलब की समझिए कि अंदोलन अगर जारी रहिंदा है संघर्ष जारी रहिंदा है सिर्फ धरने चुके जाणगे मतलब जिहड़े टेंट 6-7 किलोमीटर दे विच लगे हुए ने पक्के वाले घर जिहड़े ने उन्हां नूं चुक दिता जाएगा रास्ता खाली हो जाएगा सड़कां खाली कर दित्तियां जाणगियां और इहदी रूपरेखा होर तैयार की जाएगी। ये सड़कां खाली कर दित्तियां जाणगियां क्योंकि सरकार ने साड़ियां जिहड़ियां वड्डियां डिमांड सन कि जिहड़े परचे सारे रद्द करो वो मन लई हैगी है उन्हें मुआवजे की गल मन लई हैगी है सो ये जिहड़ियां काफ़ी सारियां मंगां साड़ियां जिहड़ियां वो सरकार ने मन लईआं। ठीक है राय साहब शुक्रिया बहुत बहुत जुड़न के लिए धन्यवाद है और कुल मिला के अगर किसानी अंदोलन की गल करिए जेकर अज सरकार के लैटर हैड ते एक चिट्ठी किसानों के कोल पहुंच जाती है तो किसान आगुआं का कहना है कि अज ही ऐलान कर दिता जाएगा कि असीं मोर्चा इथों चुक रहे हैं पर संघर्ष साडा जारी रहेगा यानी कि इसनूं कह सकते हैं कि लड़ाई जिहड़ी है वो सरकार दे नाल अपनी हक्की मंगां नूं लैके जारी रहेगी पर कुल मिला के जो मुख मंगां नूं लैके ये मोर्चा पक्का लगाया गया सी यानी कि पूर्ण तौर ते सरकार दे खिलाफ मोर्चा खोल दिता गया सी उसनूं हटा लिया जाएगा उस ते पैर पिछां जिहड़े ने वो खिच ले जाणगे। सो कुल मिला के कह सकते हैं कि अज अहम ऐलान हो सकता है एक वड्डा दिन कह सकते हैं खास तौर पे उन्हां लोकां दे लई जो कि लंबे समय तो उਡੀਕ रहे सी कि कदों वो किसान अंदोलन खत्म होवे जो कि दिल्ली दे बॉर्डरां ते ਸਿੰਘੂ बॉर्डर गाजीपुर बॉर्डर टीकरी बॉर्डर ते चल रहा है उत्थों वापसी होवे सो उस नूं लैके लगातार इंतजार सी। अज उस दे नाल जुड़ी वड्डी खबर एक होर आ सकती है क्योंकि अज घर वापसी का ऐलान किया जा सकता है संयुक्त किसान मोर्चे के वालों जानकारी आ रही है और खास तौर पे 12 बजे ये मीटिंग होनी है और 12 बजे की मीटिंग दे विच सुभाविक तौर पे अगर हुण तक की पिक्चर की गल करिए तो जिवें सरकार पूरे तौर पे अगे आ चुकी है उन्हां दे वल्लों कदम जिहड़े ने सिर्फ एक नहीं कई अगे वधाए जा चुके हैं। उस तो बाद लगता है कि एक सिर्फ चिट्ठी करके ही रेड़का जिहड़ा फसिया नहीं रहन दिता जाएगा सरकार दे वल्लों सुभाविक तौर पे है कि वो चिट्ठी जिहड़ी है जारी करनी है तो वो भी जल्दी होने दे पूरे आसार ने और जदों ही चिट्ठी आती है तो साफ तौर पर पंजाब के किसान आगू जो भी गलबात कर रहे हैं वो कह रहे हैं बाकी दे किसान आगू भी कि हाँ असी मोर्चा जिहड़ा उत्थों चुक लवांगे।
तो आज 12 बजे संयुक्त किसान मोर्चे की अहम मीटिंग है। खास तौर पर दस दईए कि इसनूं लैके सबनूं इंतजार है कि कदों जिहड़ा मोर्चा है वो चुक्या जाएगा, कदों अंदोलन खत्म होएगा। क्योंकि बीजेपी की गल की जाए तो पंजाब दे विच खास तौर पर उन्होंने कहना है कि असीं सारियां 117 दी 117 सीटां ते लड़ांगे और न सिर्फ लड़ांगे बल्कि जितांगे भी। और हुण वेखना होएगा कि आखिरकार ये कदों वापसी हुंदी है, क्योंकि जदों ही किसान अंदोलन अपना किसान आगू अंदोलन चुकते हैं तो उस तो बाद एक वक्री रणनीति, एक वक्री रूपरेखा पंजाब दे विच बनदी नजर आएगी। क्योंकि मसला जो हल किया जा रहा है, जो हल किया जा चुका है लगभग सारा, तो उस तो बाद की एक चंगा सुनेहा खास तौर पर पार्टी के लिए होएगा कि लोगों की आवाज़ जिहड़ी है वो एक चंगे पासे नूं वहंदी हुई नजर आएगी। ये भी कई तरह के सवाल जिहड़े ने वो सुभाविक तौर पर उठने शुरू हो गए हैं। पर हुण सिर्फ तो सिर्फ इंतजार है कि कदों उथों जिहड़ा लंबे 1 किलोमीटर तक के दायरे दे विच फैलिया होया अंदोलन, क्योंकि किसानां नूं 1 साल होया पूरा उत्थे, और उत्थे ही उन्हां दे वल्लों पहला शुरुआत जिहड़ी है वो ट्रालियां तो की गई सी। ट्रालियां दे विच फिर पूर्ण तौर पर तंबू लगाए गए और तंबू तो बाद जिहड़ी गल की जाए घरां दी रूपरेखा सी तो उन्हां नूं पक्के कर दिता गया। सो इत्थों तक ये नौबत जिहड़ी अंदोलन दे विच आ गई सी। एक साल तो वध चल रहा किसान अंदोलन हुण अपने अंतिम गेड़ दे विच पहुंच गया। केंद्र सरकार दे वल्लों भेजे गए नवे ड्राफ्ट ते संयुक्त किसान मोर्चे ने मीटिंग तो बाद सहमति जताई है ते सरकार नूं अधिकारिक तौर ते दस्तावेज देण दी मंग कीती है। उस तो बाद उम्मीद जताई जा रही है कि 9 दिसंबर नूं संयुक्त किसान मोर्चे दी मुड़ तों अहम मीटिंग सद्दी जाएगी ते अंदोलन नूं मुलतवी करन बारे ऐलान किया जा सकता है। हमने एसकेएम की तरफ से सभी ने, हरियाणा ने, पंजाब ने, या जो भी साथी बीच में थे, सभी ने मिलके उस पर सहमति जता दी है कि जहां तक सरकार पहुंची है वहां तक हमारी सहमति है। एक बार इस आंदोलन को स्थगित जो है वो उस मांगों पर सहमति है, और जैसा वो लिख के आएगा उसके बाद कल की जो है वो फिर मीटिंग रखी गई है। अभी स्थगित करने का निर्णय नहीं है। ਭਾਰਤ ਸਰਕਾਰ ਨੇ ਨਵੇਂ ਡਰਾਫਟ ਦੇ ਵਿੱਚ ਐਮਐਸਪੀ ਬਾਰੇ ਕਾਨੂੰਨੀ ਗਰੰਟੀ ਦੇ ਲਈ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ, ਜਿਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨਾਂ ਦੇ ਨੁਮਾਇੰਦੇ ਸ਼ਾਮਲ ਹੋਣਗੇ। ਫਿਲਹਾਲ ਐਮਐਸਪੀ ਰੇਟ ਪਹਿਲਾਂ ਵਾਲਾ ਹੀ ਜਾਰੀ ਰਹੇਗਾ। ਇਸ ਤੋਂ ਇਲਾਵਾ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਕਿਸਾਨਾਂ ਤੇ ਦਰਜ ਪਰਚੇ ਤੁਰੰਤ ਪ੍ਰਭਾਵ ਦੇ ਨਾਲ ਵਾਪਸ ਲਏ ਜਾਣਗੇ। ਸੂਬਾ ਸਰਕਾਰਾਂ ਦੇ ਵੱਲੋਂ ਕੇਸ ਵਾਪਸ ਲੈਣ ਤੇ ਸਹਿਮਤੀ ਬਣੀ ਹੈ। ਦਿੱਲੀ ਵਿੱਚ ਏਜੰਸੀਆਂ ਵਾਲੇ ਕੇਸ ਵੀ ਫੌਰਨ ਰੱਦ ਕਰ ਦਿੱਤੇ ਜਾਣਗੇ। किसानां दी मुआवजे की शर्त ते भी हरियाणा ते यूपी सरकार दे वल्लों सहमति जताई गई है। पंजाब सरकार ने पहला ही जनतक ऐलान किया होया। बिजली सोध बिल बारे भी सरकार ने किसानां नूं भरोसा दिता है कि पहला सारियां धिरां दे नाल चर्चा होवेगी, उस तो पहला संसद दे विच पेश नहीं किया जाएगा। प्रदूषण कानून बारे किसानां नूं अपराधिक धारावां चों मुक्ति मिलेगी। ब्यूरो रिपोर्ट, न्यूज़ 18 पंजाब। सो आखिरकार मौजूदा परिस्थितियां की ने, खास तौर पर वापसी नूं लैके सीधा चलदे हैं नितिन अंतल ने ज्यादा जानकारी दे लई। नितिन, जेकर गल की जाए तो इस वेले की कुछ तस्वीर नजर आ रही है यहाँ की, क्योंकि सबकी नजरें यहाँ पर टिकी हुई हैं कि आज संयुक्त किसान मोर्चे की मीटिंग में क्या कुछ फैसला हो सकता है। जी बिल्कुल, जिस तरह से कल किसान नेताओं ने स्पष्ट कर दिया था कि उनकी सहमति जो सरकार ने ड्राफ्ट भेजा उस पर बन चुकी है, तो आज फैसला आंदोलन समाप्ति पर बन सकता है। क्योंकि किसान नेताओं ने कहा था जो ड्राफ्ट भेजा सिर्फ उस पर मोहर और जो अथॉरिटी साइन कर दे तो वो अपने आंदोलन को सिर्फ स्थगित करेंगे, आंदोलन उनका जारी रहेगा एमएसपी को लेकर। क्योंकि किसान नेताओं ने कहा था एमएसपी पर उनकी जो मांग थी सरकार ने पूरी कर दी है। उनका कहना था किसान नेता इसमें शामिल हो, सरकार ने शामिल कर लिए हैं, मुआवजे की मांग हो या फिर मुकदमे वापसी की मांग हो, सभी पर किसान नेताओं की सहमति बन गई है। और आज जो 12 बजे बैठक शुरू होगी उसमें सभी किसान नेताओं का कहना था कि कल 12 बजे तक सरकार अगर उनको लिखित में ये वापस ड्राफ्ट भेजती है और साइन करके भेजती है तो अपने आंदोलन को आज स्थगित कर देंगे। तो कहीं ना कहीं आज बड़ा अहम फैसला आ सकता है और आंदोलन समाप्ति का ऐलान किसान नेता कर सकते हैं। क्योंकि किसान नेताओं ने कल सहमति जता दी थी और कह दिया था कि वो बहुत सहमत है, सरकार ने उन्हें ड्राफ्ट भेजा उस पर। और कहीं ना कहीं आज एक जानकारी और दे दूं, फिलहाल 32 जत्थेबंदी जो पंजाब के हैं उनकी
सबसे पहले बैठक शुरू होगी, क्योंकि शुरुआत से ही वो 32 जत्थेबंदी पहले बैठक करते हैं और उसके बाद एसकेएम की बैठक शुरू होती है। तो 12 बजे एसकेएम की बैठक का समय है और उससे पहले जो 32 जत्थेबंदी पंजाब के हैं उनकी बैठक शुरू होगी और उसके बाद एसकेएम की बैठक शुरू होगी, जिसमें कहीं ना कहीं आज आंदोलन समाप्ति का जो फैसला है वो लिया जा सकता है। जी तो खासतौर पर अगर कहा जाए कि नितिन आज संयुक्त किसान मोर्चा एक बड़ा फैसला ले सकता है तो ये गलत नहीं होगा। और खासतौर पर अगर मैं जानकारी चाहूं कि राकेश टिकैत के अलावा और कोई बड़े नेता यहां पर पहुंच रहे हैं कि राकेश टिकैत खुद इस मीटिंग में आज शामिल रहेंगे, क्योंकि फैसला संयुक्त किसान मोर्चे की ओर से लिया जाएगा। जी बिल्कुल, कल की जो बैठक थी उसमें राकेश टिकैत थे, इनके अलावा दर्शनपाल राज्यपाल सभी थे और उन्होंने सभी का यही कहना था कि जो कल आज सिर्फ मोहर अथॉरिटी साइन कर दे, जो सरकार ने उनके पास ड्राफ्ट भेजा था। और उसके बाद आज का हालांकि जानकारी यही मिल रही है कि कल राकेश टिकैत खुद थे, उन्होंने यही कहा था कि कल उनके पास सरकार अगर लिखित में इसी ड्राफ्ट पर साइन कर देती है और ये कागज जो बिल्कुल जो गवर्नमेंट ऑफ भारत के नाम उनके पास दोबारा पहुंचता है तो वापस आऊंगी। आप जुड़े रहे हमारे साथ, अपडेट आपसे जरूर लेंगे कि आखिरकार और आगे क्या कुछ फिलहाल जानकारी है। तो फिलहाल साडे नाल हरिंदर सिंह लखोवाल किसान आगू ने फोन लाइन ते जुड़े ने। लखोवाल साहब, स्वागत है तुहाडा न्यूज़ 18 पंजाब ते। की कहना चाहोगे अज दी मीटिंग नूं लैके कि कुछ लोग आसां ला के बैठन, क्योंकि सारे उडीक रहे ने कि कदों पंजाब दे बॉर्डरां ते हरियाणा दे बॉर्डरां ते स्वागत किया जाए किसानां दा। ਅੱਜ ਸਾਡੀ ਹੁਣ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ 10:10 ਸ਼ੁਰੂ ਹੋਣ ਜਾ ਰਹੀ ਆ। ਉਹਦੇ ਚ ਅਸੀਂ ਰੂਪਰੇਖਾ ਤੈਅ ਕਰਾਂਗੇ ਤੇ ਉਮੀਦ ਆ ਵੀ ਸਾਨੂੰ 12 ਵਜੇ ਤੋਂ ਪਹਿਲਾਂ ਜਿਹੜੀ ਹੈ ਚਿੱਠੀ ਸਰਕਾਰ ਦੇ ਦੂਗੀ, ਜਿਹੜਾ ਡਰਾਫਟ ਕਰਕੇ ਲੈਟਰ ਹੈਡ ਦੇ ਉੱਪਰ। ਤੇ ਉਦੋਂ ਬਾਅਦ ਫਿਰ ਅਸੀਂ 12 ਵਜੇ ਤੋਂ ਬਾਅਦ ਜਦ ਦੀ ਮੀਟਿੰਗ ਐਸਕੇਐਮ ਦੇ ਵਿੱਚ ਘਰ ਵਾਪਸੀ ਦਾ ਅਸੀਂ ਐਲਾਨ ਕਰ ਦੇਵਾਂਗੇ ਤੇ 1 ਜਾਂ 2 ਦਿਨ ਦਾ ਸਮਾਂ ਅਸੀਂ ਕਿਸਾਨਾਂ ਨੂੰ ਵੀਰਾਂ ਨੂੰ ਦੇਵਾਂਗੇ ਵੀ, ਕਿਉਂਕਿ ਸਮਾਨ ਵੀ ਸਾਡਾ ਬਹੁਤ ਵੱਡਾ ਸਮਾਨ ਆ, ਸਾਡੇ ਘਰ ਬਣੇ ਹੋਏ ਨੇ ਉੱਥੇ, ਉਹ ਅਸੀਂ ਸਾਹਮਣੇ ਉਹ ਲੈ ਕੇ ਜਾਣੇ ਵੀ ਆ ਤੇ ਸਫਾਈ ਕਰਨੀ ਆ। ਫਿਰ ਜਿਹੜੇ ਸਾਡੇ ਲੋਕ ਜਿਨ੍ਹਾਂ ਨੇ ਸਾਡੇ ਨਾਲ ਬੜਾ ਵਧੀਆ ਵਰਤਾਓ ਕੀਤਾ, ਪੈਟਰੋਲ ਪੰਪਾਂ ਵਾਲੇ ਨੇ, ਕੁਝ ਹੋਟਲਾਂ ਵਾਲੇ ਨੇ, ਕੋਈ ਆਲੇ ਦੁਆਲੇ ਦੁਕਾਨਾਂ ਵਾਲੇ ਆ, ਅਸੀਂ ਉਹਨਾਂ ਦਾ ਵੀ ਧੰਨਵਾਦ ਕਰਨ ਲੱਗੇ ਹੋਏ ਆ। ਜਿੱਥੇ ਵੀ ਮਿਲਦੇ ਆ ਜਾ ਕੇ ਸਾਡੇ ਲੀਡਰ ਸਾਹਿਬਾਨ ਉਹਨਾਂ ਨੂੰ ਜਿੱਥੇ ਮਿਲਦੇ ਆ ਜਾਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰ ਰਹੇ ਹਾਂ। ਇਹ ਪ੍ਰੋਸੈਸ ਸ਼ੁਰੂ ਹੋ ਗਿਆ ਲਖੋਵਾਲ ਸਾਹਿਬ, ਸਾਰੇ ਧੰਨਵਾਦ ਕਰਨ ਦਾ ਮਤਲਬ ਕੁੱਲ ਮਿਲਾ ਕੇ ਸਾਰੀ ਕਹਿ ਸਕਦੇ ਆ ਕਿ ਪੈਕਿੰਗ ਜਿਹੜੀ ਹੈ ਲਗਭਗ ਹੁੰਦੀ ਹੋਈ ਨਜ਼ਰ ਆ ਰਹੀ ਹੈ। ਸਿਰਫ ਤੇ ਸਿਰਫ ਇੱਕ ਚਿੱਠੀ ਦਾ ਇੰਤਜ਼ਾਰ ਹੈ, ਬਸ ਉਹ ਆ ਜਾਵੇ ਤਾਂ ਉਸ ਤੋਂ ਬਾਅਦ ਕੋਈ ਹੋਰ ਰੇੜਕਾ ਨਹੀਂ ਹੈ ਸੰਯੁਕਤ ਕਿਸਾਨ ਮੋਰਚੇ ਦਾ। ਹਾਂ ਨਹੀਂ, ਸਰਕਾਰ ਨਾਲ ਰੇੜਕਾ ਕੋਈ ਨਹੀਂ ਹੈਗਾ, ਚਿੱਠੀ ਦਾ ਹੀ ਰੇੜਕਾ। ਚਿੱਠੀ ਆ ਜਾਵੇ ਤੇ ਫਿਰ ਦੁਪਹਿਰ ਤੱਕ ਐਲਾਨ ਹੋ ਜਾਊਗਾ ਸਾਡਾ ਤੇ ਉਸ ਤੋਂ ਬਾਅਦ ਅਸੀਂ ਘਰ ਵਾਪਸੀ ਦਾ ਵੀ ਮੀਟਿੰਗ ਦੇ ਵਿੱਚ ਫੈਸਲਾ ਹੁਣ 32 ਜਥੇਬੰਦੀਆਂ ਲੈ ਲਾਂਗੇ ਵੀ 11 ਨੂੰ ਜਾਣਾ ਜਾਂ 12 ਨੂੰ ਜਾਣਾ, ਉਹ ਇੱਕ ਦਿਨ ਰੱਖਾਂਗੇ। ਇਕੱਠੇ ਹੋ ਕੇ ਅਸੀਂ ਪੂਰੀ ਸ਼ਾਨੋ ਸ਼ੌਕ ਦੇ ਨਾਲ ਸਾਰਾ ਸਮਾਨ ਸਮੇਟ ਕੇ ਅਸੀਂ ਫਿਰ ਘਰ ਵਾਪਸੀ ਕਰਾਂਗੇ। ठीक है, शुक्रिया बहुत बहुत लखोवाल साहब जुड़न के लिए धन्यवाद है। और लगभग खत्म हुई है तकरार, वापसी नूं तैयार ने किसान और इस दे विच कोई दो राय नहीं है, क्योंकि हुण भी फोन लाइन ते गलबात करदे लखोवाल साहब ने कहा कि आखिरकार ये मोर्चा जिहड़ा है वो लगभग संपन्नता ते है, हुण सिर्फ एक चिट्ठी का इंतजार है और उस तो बाद चिट्ठी आउंदी है तो असीं सारे किसान आगू जिहड़े आ सारे किसान इकट्ठे होके आवांगे। और हुण एक प्रोसैस भी शुरू कर दिता गया, जो जानकारी हुणे दित्ती है सानू किसान आगू ने। उन्हां दा कहना है कि असीं दुकानां वाले जिहड़े पेट्रोल पंप वाले जिन्हां ने साडी मदद कीती, असीं उन्हां दा धन्नवाद करना शुरू कर दिता है। और खास तौर पर जेकर गल कीती जावे हुण कहा जा रहा है कि बस 12 वजे तो पहला चिट्ठी आ जाए, 12 वजे तक आ जाए, उस तो बाद आ जाए, जदों भी आंदी है तो असीं उस तो बाद सिर्फ तो सिर्फ एक ऐलान ही करना है तो एक तरीक जिहड़ी आ जरूर सरकार नूं देवांगे कि असीं 11 तरीक नूं या 12 तरीक नूं इत्थों समान जिहड़ा वो चुकना है, क्योंकि समान कोई थोड़ा नहीं है। 1 साल हो गया है और जिस तरह दे नाल पूरी ट्रालियां भर के समान दियां गईयां सन, पंजाब तो गईयां सन, फिर हरियाणा तो जाणियां शुरू होईयां, उस तो बाद हुण पक्के घर दी रूप दे विच उत्थे बन चुके ने ते उत्थे बहुत सारा समान अजिहा है जिस नूं चुकण दे विच थोड़ा समा लगेगा। ते उस तो बाद काफ़ी ज़्यादा अहम कह सकते हैं कि ऐलान तो बाद तस्वीर वेखण नूं मिलेगी। और नितिन अंतल भी साडे नाल जुड़े हुए सन, बहुत बहुत शुक्रिया तुहाडा भी तमाम जानकारी दे लई, धन्नवाद है। सो एक चिट्ठी की उड़ीक है, कुल मिला के सब दियां नज़रां टिकियां ने कि चिट्ठी कदों आंदी है, क्योंकि हुण किते ना किते सिर्फ ते सिर्फ इक्को ही चिट्ठी दा एक रस्ता कह सकते हैं, एक गैप कह सकते हैं रह गया कि वापसी नूं लैके लगभग सारा कुछ तमाम क्लीयर हो चुके हैं। और खास तौर पर सरकार की गल की जाए तो एक तो बाद एक जिहड़े कदम वधाए गए ने उन्हां नूं लैके कह सकते हैं कि किसान आगू उसका धन्नवाद और स्वागत भी करते नजर आ रहे हैं कि ठीक है सरकार ने एक कदम चंगा वधाया हैगा ते उस तो बाद सानू संतुष्टि है। और हुण क्योंकि सारे पर्चे जिहड़े ने रद्द करन नूं लैके भी पहल दे आधार ते
ਕਹਿ ਦਿੱਤਾ ਗਿਆ ਕਿ ਠੀਕ ਹੈ ਅਸੀਂ ਪਰਚੇ ਰੱਦ ਕਰਾਂਗੇ। ਸਾਰੀਆਂ ਮੰਗਾਂ ਲਗਭਗ ਮੰਨ ਲਈਆਂ ਗਈਆਂ ਨੇ ਤੇ ਹੁਣ ਸਿਰਫ ਤੇ ਸਿਰਫ ਇੱਕ ਚਿੱਠੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਔਰ ਉਹ ਚਿੱਠੀ ਜਿਹੜੀ ਹੈ ਜਦੋਂ ਵੀ ਆਉਂਦੀ ਹੈ ਤਾਂ ਉਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਇੱਕ ਐਲਾਨ ਹੋ ਜਾਏਗਾ ਔਰ ਸਭ ਦੀ ਤਸਵੀਰ ਸਾਫ਼ ਹੋ ਜਾਏਗੀ। ਸੋ ਦੱਸ ਦਈਏ ਕਿ ਮੁੱਖ ਮਸਲਾ ਸੀ ਕਿ ਆਖਰਕਾਰ ਕਿਸਾਨੀ ਨੂੰ ਖੇਤੀ ਨੂੰ ਲੈ ਕੇ ਜਿਹੜੇ ਕਾਨੂੰਨ ਬਣੇ ਸੀਗੇ ਔਰ ਖੇਤੀ ਕਾਨੂੰਨ ਤਿੰਨੋਂ ਦੇ ਤਿੰਨ ਜਿਹੜੇ ਨੇ ਉਹ ਰੱਦ ਹੋ ਚੁੱਕੇ ਨੇ ਔਰ ਬਾਕੀ ਦੀਆਂ ਹੋਰ ਮੰਗਾਂ ਨੂੰ ਲੈ ਕੇ ਵੀ ਰੇੜਕਾ ਜਿਹੜਾ ਹੈ ਉਹ ਬਰਕਰਾਰ ਸੀ ਪਰ ਫਿਲਹਾਲ ਉਹ ਸੁਲਝਦਾ ਹੋਇਆ ਨਜ਼ਰ ਆ ਰਿਹਾ ਔਰ ਲਗਾਤਾਰ ਨਜ਼ਰ ਬਣੀ ਹੋਈ ਹੈ ਇਸ ਮੁੱਖ ਖਬਰ ਤੇ ਵੀ ਕਿਉਂਕਿ ਇੰਤਜ਼ਾਰ ਸਭ ਨੂੰ ਹੈ ਕਿ ਕਦੋਂ ਇਹ ਰੇੜਕਾ ਖਤਮ ਹੋਏਗਾ। ਤੇ ਫਿਲਹਾਲ ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ, ਜਲਦੀ ਵਾਪਸ ਆਵਾਂਗੇ।